ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਣ ਰਹੇ ਜੀ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਦੁਪਹਿਰ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਫਿਰ ਇੱਕ ਖੁਸ਼ਖਬਰੀ ਦਿੰਦੇ ਹਾਂ ਜੀ ਆਪਣੇ ਪੰਜਾਬੀ ਭਾਈਚਾਰੇ ਨੂੰ ਜੋ ਇਟਲੀ ਦੇ ਵਿੱਚ ਵੱਸ ਰਿਹਾ ਜੀ। ਇੰਡੀਅਨ ਭਾਰਤੀ ਜੋ ਵੱਸ ਰਹੇ ਨੇ, ਆਪਣਾ ਨਾਮ ਇੱਕ ਵਾਰ ਫਿਰ ਰੌਸ਼ਨ ਹੋਇਆ ਪੰਜਾਬੀਆਂ ਦਾ ਇਟਲੀ ਦੇ ਵਿੱਚ। ਇੰਡੀਅਨ ਦਾ ਭਾਰਤੀ ਸੱਭਿਅਤਾ ਇੱਕ ਵਾਰ ਫਿਰ ਰੌਸ਼ਨ ਹੋਈ ਹੈ ਜੀ ਇਟਲੀ ਦੇ ਵਿੱਚ। ਇਸ ਟਾਈਮ ਜਿਨ੍ਹਾਂ ਨੇ ਨਾਮ ਰੌਸ਼ਨ ਕੀਤਾ ਜੀ ਆਪਣੇ ਇੰਡੀਅਨ ਦਾ, ਉਹ ਆ ਜੀ ਜਸ਼ਨਦੀਪ ਕੌਰ, ਜੋ ਕਿ ਸਪੁੱਤਰੀ ਨੇ, ਬੇਟੀ ਨੇ ਗਿਆਨੀ ਦਿਲਬਾਗ ਸਿੰਘ ਦੇ, ਅਤੇ ਮਾਤਾ ਦਾ ਨਾਮ ਅੰਮ੍ਰਿਤ ਕੌਰ ਆ। ਬੋਰਗੋ ਸਨ ਜਾਕਮੋ ਬਰੇਸ਼ੀਆ ਦੇ ਵਿੱਚ ਗਿਆਨੀ ਦਿਲਬਾਗ ਸਿੰਘ ਜੀ ਨੇ, ਜਿਨ੍ਹਾਂ ਦੀ ਸਪੁੱਤਰੀ ਨੇ ਆਪਣਾ ਜਿਹੜਾ ਮਾਰਕੀਟਿੰਗ ਦੇ ਵਿੱਚੋਂ ਜਿਹੜਾ ਕੁਇੰਤਾ ਸੁਪਰੀਓਰ ਅਮਿਨਿਸਟ੍ਰੇਸ਼ਨੇ ਫਾਈਨਾਂਸ ਮਾਰਕੀਟਿੰਗ ਦੇ ਵਿੱਚ 100 ਵਿੱਚ 100 ਨੰਬਰ ਹਾਸਲ ਕੀਤੇ ਨੇ ਜੀ। ਤੁਹਾਡੇ ਜਸ਼ਨਪ੍ਰੀਤ ਬੇਟੀ ਨੂੰ ਅਤੇ ਘਰ ਪਰਿਵਾਰ ਨੂੰ ਅਸੀਂ ਸਾਰਿਆਂ ਨੂੰ ਬਹੁਤ ਮੁਬਾਰਕ ਦਿੰਦੇ ਹਾਂ। ਆਪਣੇ ਇੱਕ ਹੋਰ ਵੀਰ ਆ ਜੀ ਹੈਰੀ ਸਿੰਘ, ਜਿਨ੍ਹਾਂ ਨੇ ਸਾਨੂੰ ਦੱਸਿਆ ਉਹਨਾਂ ਦੀ ਬੇਟੀ ਨੇ ਵੀ 100 ਵਿੱਚੋਂ 100 ਨੰਬਰ ਲਏ ਸੀਗੇ ਕੁਇੰਤਾ ਦੇ ਵਿੱਚੋਂ। ਪੂਰੀ ਡਿਟੇਲ ਸਾਨੂੰ ਮੈਸੇਜ ਕਰ ਦਿਓ ਜਾਂ ਕਮੈਂਟ ਦੇ ਵਿੱਚ ਲਿਖ ਦਿਓ, ਤਾਂ ਜੋ ਕੱਲ੍ਹ ਦੀਆਂ ਜਾਂ ਸ਼ਾਮ ਦੀਆਂ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਵੀ ਜਿਹੜੀਆਂ ਮੁਬਾਰਕਾਂ ਦੇ ਸਕੀਏ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਸਭ ਤੋਂ ਪਹਿਲਾਂ ਜੋ ਕਮੈਂਟ ਦੇ ਵਿੱਚ ਪੁੱਛਿਆ ਜਾ ਰਿਹਾ ਸਵਾਲ ਇਹ ਹੈ ਜੀ ਕਿ ਵੈਕਸੀਨ ਇੰਡੀਆ 'ਚ ਜਿਹੜੀ ਲੱਗ ਰਹੀ ਹੈ ਵੈਕਸੀਨ, ਕੀ ਇਟਲੀ ਦੇ ਵਿੱਚ ਵੈਲਿਡ ਹੈ? ਦੇਖੋ, ਜਿਹੜੀ ਇੰਡੀਆ ਦੇ ਵਿੱਚ ਕੋਵਿਸ਼ੀਲਡ ਵੈਕਸੀਨ ਲੱਗ ਰਹੀ ਆ, ਨੋਰਮਲੀ ਉਹ ਆਸਟਰਾਜ਼ੇਨੇਕਾ ਹੀ ਹੈ, ਪਰ ਇਸ ਟਾਈਮ ਹਰ ਨਿਊਜ਼ ਮੀਡੀਆ ਦੇ ਵਿੱਚ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਯੂਰਪ ਵੱਲੋਂ ਮਾਨਤਾ ਪ੍ਰਾਪਤ ਨਹੀਂ ਹੈ। ਅਤੇ ਜੇ ਇਸ ਤਰ੍ਹਾਂ ਹੀ ਹੈ ਤਾਂ ਇਹਦੇ ਬਾਰੇ ਅਸੀਂ ਤੁਹਾਨੂੰ ਕੁਛ ਨਹੀਂ ਕਹਿ ਸਕਦੇ, ਕਿਉਂਕਿ ਇਹ ਬੜੀ ਹੀ ਪ੍ਰੋਬਲਮ ਵਾਲੀ ਗੱਲ ਆ ਜੀ। ਅਤੇ ਇੱਕ ਹਾਂਜੀ ਖੁਸ਼ੀ ਵਾਲੀ ਵੀ ਗੱਲ ਆ ਕਿ ਇੰਡੀਆ ਦੇ ਵਿੱਚ, ਦਿੱਲੀ ਦੇ ਵਿੱਚ ਮੋਡਰਨਾ ਵੈਕਸੀਨ ਵੀ ਲੱਗ ਰਹੀ ਆ, ਜਿਹੜੀ ਕਿ ਇਟਲੀ ਦੇ ਵਿੱਚ ਅਪਰੂਵ ਆ, ਯੂਰਪ ਦੇ ਵਿੱਚ ਅਪਰੂਵ ਆ। ਪਰ ਇੱਕ ਹੋਰ ਗੱਲ ਆ ਜੋ ਕਿ ਸਾਨੂੰ ਪੁੱਛਿਆ ਜਾ ਰਿਹਾ, ਇਟਲੀ ਦੇ ਵਿੱਚ ਆਉਣ ਲਈ ਵੈਕਸੀਨ ਉਹ ਲਵਾ ਲਈ ਜਿਹੜੀ ਇਟਲੀ ਦੇ ਵਿੱਚ ਵੈਲਿਡ ਨਹੀਂ। ਅਸੀਂ ਕੀ ਕਰੀਏ? ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈਗੀ। ਇਟਲੀ ਦੇ ਵਿੱਚ ਆਉਣ ਦੇ ਲਈ ਗ੍ਰੀਨ ਪਾਸ ਦੀ ਲੋੜ ਆ, ਜਿਹੜਾ ਪਾਸਪੋਰਟ, ਹਰਾ ਪਾਸਪੋਰਟ ਅਸੀਂ ਕਹਿ ਰਹੇ ਹਾਂ, ਉਹ ਮਿਲਦਾ ਜੇਕਰ ਤੁਸੀਂ ਵੈਕਸੀਨ ਦੇ ਦੋ ਡੋਜ਼ ਲਵਾਏ ਨੇ, ਜੋ ਕਿ ਯੂਰਪ ਦੇ ਵਿੱਚ ਆਸਟਰਾਜ਼ੇਨੇਕਾ, ਫਾਈਜ਼ਰ, ਮੋਡਰਨਾ ਜਾਂ ਫਿਰ ਜੌਨਸਨ ਐਂਡ ਜੌਨਸਨ ਦੀ ਜੇ ਜੌਨਸਨ ਵੈਕਸੀਨ ਲਵਾਈ ਆ, ਜਾਂ ਫਿਰ ਤੁਸੀਂ ਪੋਜ਼ੀਟਿਵ ਤੋਂ ਨੈਗੇਟਿਵ ਹੋਇਆ। ਨਹੀਂ ਤਾਂ ਜੇ ਤੁਹਾਡੇ ਕੋਲ ਇਹ ਨਹੀਂ ਹੈ ਤਾਂ ਕੋਈ ਚੱਕਰ ਨਹੀਂ। ਇਟਲੀ ਦੇ ਵਿੱਚ ਐਂਟਰ ਹੋਣ ਤੋਂ 48 ਘੰਟੇ ਪਹਿਲਾਂ ਤੁਹਾਡੇ ਕੋਲ RT-PCR ਦਾ ਜਿਹੜਾ ਟੈਸਟ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜੇਕਰ ਤੁਹਾਡੇ ਵੈਕਸੀਨ ਉਹ ਲੱਗੀ ਹੈ ਜੋ ਕਿ ਯੂਰਪ ਦੇ ਵਿੱਚ ਅਪਰੂਵ ਨਹੀਂ ਹੈਗੀ, ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ। ਸਿਰਫ ਇੱਕ ਟੈਸਟ ਦੇ ਨਾਲ ਹੀ ਇਟਲੀ ਦੇ ਵਿੱਚ ਤੁਸੀਂ ਘੁੰਮ ਫਿਰ ਸਕਦੇ ਹੋ। ਹਾਂਜੀ, ਜੇਕਰ ਵਿਆਹ ਸ਼ਾਦੀ ਦੇ ਵਿੱਚ ਹਿੱਸਾ ਲੈਣਾ ਤਾਂ ਫਿਰ ਉਸ ਸਿਚੁਏਸ਼ਨ ਦੇ ਵਿੱਚ ਹਰ ਵਾਰ ਤੁਹਾਨੂੰ ਟੈਸਟ ਕਰਵਾਉਣੇ ਪੈਣੇ ਆ। ਇਟਲੀ ਦੀ ਸਰਕਾਰ ਇਸ ਟਾਈਮ ਜ਼ਬਰਦਸਤੀ ਨਾਲ ਨਹੀਂ ਲਵਾ ਰਹੀ, ਪਰ ਇਨਡਾਇਰੈਕਟਲੀ ਉਹ ਦੱਸ ਰਹੇ ਨੇ ਜੇ ਵਿਆਹ ਸ਼ਾਦੀਆਂ 'ਚ ਜਾਣਾ, ਬਰਥਡੇ ਪਾਰਟੀ, ਜਨਮ ਦਿਨ ਦੀਆਂ ਪਾਰਟੀਆਂ ਦੇ ਵਿੱਚ ਜਾਣਾ, ਫਿਰ ਤੁਹਾਨੂੰ ਇਹ ਵੈਕਸੀਨ ਲਵਾਉਣ ਦੀ ਲੋੜ ਆ। ਨਹੀਂ ਤਾਂ ਤੁਸੀਂ ਟੈਸਟ ਨਾਲ ਵੀ ਜਾ ਸਕਦੇ ਆ ਜਿੱਥੇ ਇਕੱਠ ਹੋਣਾ ਆ, ਅਤੇ ਡਰਨ ਦੀ ਲੋੜ ਨਹੀਂ। ਜੇਕਰ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਰਹਿ ਰਹੇ ਹੋ, ਚਾਹੇ ਇੰਡੀਆ ਦੇ ਵਿੱਚ ਜਾਂ ਫਿਰ ਦੁਬਈ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ, ਤੁਹਾਡੀ ਯੂਰਪ ਵਾਲੀ ਵੈਕਸੀਨ ਨਹੀਂ ਲੱਗੀ ਅਤੇ ਇਟਲੀ ਦੇ ਵਿੱਚ ਆਉਣਾ, ਤਾਂ ਤੁਹਾਡਾ ਜਿਹੜਾ ਟੈਸਟ ਵਾ, ਸਿਰਫ ਟੈਸਟ ਦੇ ਨਾਲ ਹੀ ਤੁਸੀਂ ਆਪਣਾ ਸਾਰਾ ਕੁਛ ਕਰਵਾ ਸਕਦੇ ਹੋ। ਅਗਲਾ ਅਪਡੇਟ ਵੀ ਆਪਣਾ ਵੈਕਸੀਨ ਵੱਲੋਂ ਹੀ ਦੱਸਿਆ ਜਾ ਰਿਹਾ ਕਿ ਲੋਂਬਰਦੀਆ ਦੇ ਵਿੱਚ ਸਭ ਤੋਂ ਵੱਧ ਜਿਹੜੇ ਟੈਸਟ ਕਰਵਾਏ ਜਾ ਰਹੇ ਨੇ। ਕਿਹੜੇ ਟੈਸਟ ਆ ਜੀ? ਟੈਸਟ ਜਿਹੜੇ ਕਰਵਾਏ ਜਾ ਰਹੇ ਇਸ ਟਾਈਮ ਲੋਂਬਰਦੀਆ ਦੇ ਵਿੱਚ ਉਹ ਆ ਵੈਕਸੀਨ ਦੇ। ਵੈਕਸੀਨ ਲਵਾਉਣ ਤੋਂ ਪਹਿਲਾਂ ਆਪਣਾ ਬਲੱਡ ਸੈਂਪਲ ਸਾਰੇ ਟੈਸਟ ਕਰਵਾ ਰਹੇ ਨੇ, ਜੋ ਕਿ ਮੈਂ ਵੀ ਕਰਵਾਉਣਾ। ਮੈਂ ਵੀ ਚਲੋ ਲੋਂਬਰਦੀਆ ਦੇ ਵਿੱਚ ਹੀ ਰਹਿ ਰਿਹਾ, ਅਤੇ ਇਹਦਾ ਰੇਟ ਤਕਰੀਬਨ 30 ਤੋਂ ਲੈ ਕੇ 70 ਯੂਰੋ ਤੱਕ ਨਾ, ਡਿਪੈਂਡ ਕਰਦਾ ਕਿਹੜੇ ਲੈਬੋਰਟਰੀ ਦੇ ਵਿੱਚ ਜਾ ਕੇ ਤੁਸੀਂ ਟੈਸਟ ਕਰਾਉਣਾ। ਇਹ ਸ਼ੂਗਰ ਵਾਂਗੂ ਮਸ਼ੀਨ ਦਾ ਜਿੱਦਾਂ ਆਪਾਂ ਟੈਸਟ ਕਰੀਦਾ ਹੁੰਦਾ, ਇੱਦਾਂ ਹੁੰਦਾ। ਸੂਈ ਲਾ ਕੇ ਇੱਕ ਖੂਨ ਦੇ ਕਤਰੇ ਦੇ ਨਾਲ ਪਤਾ ਲੱਗ ਜਾਂਦਾ ਕਿ ਸਾਡੇ ਸਰੀਰ ਦੇ ਵਿੱਚ ਐਂਟੀਕੋਰਪੀ, ਜਿਹਨਾਂ ਨੂੰ ਐਂਟੀਬੋਡੀ ਕਹਿੰਦੇ ਆ, ਹੈਗੇ ਆ ਜਾਂ ਫਿਰ ਨਹੀਂ ਹੈਗੇ। 18 ਅਪ੍ਰੈਲ 2021 ਤੋਂ ਲੈ ਕੇ 26 ਜੂਨ 2021 ਦੇ ਵਿੱਚ ਲੋਂਬਰਦੀਆ ਦੇ ਵਿੱਚ 2,92,782 ਬੰਦਿਆਂ ਨੇ ਇਹ ਜਿਹੜੇ ਆ ਟੈਸਟ ਕਰਵਾਏ, ਜਿਨ੍ਹਾਂ 'ਚੋਂ 1,74,000 ਪੋਜ਼ੀਟਿਵ ਆਇਆ, 1,17,937 ਜਿਹੜਾ ਬੰਦਾ ਨੈਗੇਟਿਵ ਆਇਆ। ਪੋਜ਼ੀਟਿਵ ਦਾ ਮਤਲਬ ਕਿ ਬੰਦੇ ਦੇ ਸਰੀਰ ਦੇ ਵਿੱਚ ਕੋਵਿਡ ਦੇ ਨਾਲ ਲੜਨ ਵਾਲੀ ਤਾਕਤ ਹੈ। ਇਹਦੇ ਵਿੱਚ ਪੋਜ਼ੀਟਿਵ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਵੈਕਸੀਨ ਨਾ ਲਵਾਓ ਜਾਂ ਤੁਸੀਂ ਵੈਕਸੀਨ ਨਹੀਂ ਲਵਾ ਸਕਦੇ, ਤੁਹਾਨੂੰ ਗ੍ਰੀਨ ਪਾਸ ਮਿਲ ਜਾਣਾ। ਜਿਹੜੇ ਡਾਕਟਰ ਆ, ਐਕਸਪਰਟ ਆ, ਉਹ ਕਹਿ ਰਹੇ ਨੇ ਕਿ ਜੇਕਰ ਤੁਹਾਡੇ ਅੰਦਰ ਪੋਜ਼ੀਟਿਵਿਟੀ ਹੈ, ਤੁਹਾਡੇ ਅੰਦਰ ਐਂਟੀਕੋਰਪੀ ਹੈਗੇ ਨੇ, ਐਂਟੀਬੋਡੀ, ਤਾਂ ਫਿਰ ਤੁਹਾਨੂੰ ਸਿਰਫ ਵੈਕਸੀਨ ਦਾ ਇੱਕ ਡੋਜ਼ ਹੀ ਲੱਗਣਾ। ਪਿਛਲੇ ਸਾਲ 3 ਲੱਖ ਬੰਦਿਆਂ ਨੇ ਜਿਹੜੇ ਟੈਸਟ ਕਰਵਾਏ ਸੀ ਬਲੱਡ ਦੇ ਜਿਹੜੇ ਸੈਂਪਲਾਂ ਤੋਂ, ਸਰੀਰ ਦੇ ਵਿੱਚ ਐਂਟੀਕੋਰਪੀ ਹੈ ਜਾਂ ਫਿਰ ਨਹੀਂ ਹੈਗੇ। ਅਤੇ ਇਟਲੀ ਦੀ ਜਿਹੜੀ ਸਰਕਾਰ ਆ ਕਹਿ ਰਹੀ ਹੈ, ਸਿਹਤ ਮੰਤਰੀ ਜਿਹੜੇ ਕਹਿ ਰਹੇ ਨੇ ਕਿ ਜੇਕਰ ਤੁਸੀਂ ਪੋਜ਼ੀਟਿਵ ਤੋਂ ਨੈਗੇਟਿਵ ਹੋਇਆ ਤਾਂ 6 ਮਹੀਨਿਆਂ ਦੇ ਵਿੱਚ ਤੁਹਾਨੂੰ ਜਿਹੜਾ ਇੱਕ ਡੋਜ਼ ਹੀ ਲਵਾਉਣਾ ਪੈਣਾ। ਜੇਕਰ ਤੁਹਾਨੂੰ 1 ਸਾਲ ਤੋਂ ਜ਼ਿਆਦਾ ਹੋ ਗਿਆ ਪੋਜ਼ੀਟਿਵ ਤੋਂ ਨੈਗੇਟਿਵ ਹੋਣ ਨੂੰ, ਤਾਂ ਫਿਰ ਤੁਹਾਨੂੰ ਜਿਹੜੀਆਂ 2 ਡੋਜ਼ਾਂ ਲਵਾਉਣੀਆਂ ਪੈਣੀਆਂ।
ਪਰ ਜੇ ਤੁਸੀਂ ਨਹੀਂ ਲਵਾਉਣੀਆਂ ਚਾਹੁੰਦੇ ਵੈਕਸੀਨ ਦੀਆਂ ਡੋਜ਼ਾਂ ਤਾਂ ਫਿਰ ਹਰ ਵਾਰ ਜਿੱਥੇ ਵੀ ਜਾਣਾ ਪੈਣਾ ਤੁਹਾਨੂੰ ਜਿਹੜਾ ਟੈਸਟ ਕਰਵਾਉਣਾ ਪੈਣਾ ਆ ਜੀ। ਅਤੇ ਇਹ ਬਹੁਤ ਜ਼ਰੂਰੀ ਆ। ਅਤੇ ਐਕਸਪਰਟ ਵਾ ਇੱਕ ਹੋਰ ਐਕਸਪਰਟ ਨੇ ਛੂਤ ਦੇ ਬਿਮਾਰੀਆਂ ਦੇ, ਉਹਨਾਂ ਦਾ ਇਹ ਕਹਿਣਾ ਜੀ, ਜਿਨ੍ਹਾਂ ਦਾ ਨਾਮ ਆ ਪੁਆਤੀ ਜੀ ਦਾ ਕਹਿਣਾ ਕਿ ਜੇਕਰ ਸਰੀਰ ਦੇ ਵਿੱਚ ਐਂਟੀਬੋਡੀ ਪੈਦਾ ਹੋ ਗਈ ਆ ਕੋਵਿਡ ਦੇ ਨਾਲ ਲੜਨ ਦੀ, ਇਹਦਾ ਮਤਲਬ ਇਹ ਨਹੀਂ ਕਿ ਵੈਕਸੀਨ ਤੁਸੀਂ ਨਾ ਲਓ, ਕਿਉਂਕਿ ਜਿਹੜਾ ਸਾਡਾ ਸਰੀਰ ਪੈਦਾ ਕਰ ਰਿਹਾ ਐਂਟੀਬੋਡੀ ਤਾਕਤ ਇਸ ਮਹਾਂਮਾਰੀ ਦੇ ਨਾਲ ਲੜਨ ਦੀ, ਉਹ ਤਾਕਤ ਉਨੀ ਜ਼ਿਆਦਾ ਤਾਕਤਵਰ ਨਹੀਂ ਜਿੰਨੀ ਕਹਿੰਦੇ ਕਿ ਅਸੀਂ ਦਵਾਈਆਂ ਦੇ ਵਿੱਚ ਬਣਾਈ ਹੋਈ ਹੈ ਜੀ। ਅਗਲਾ ਅਪਡੇਟ ਆ ਰਿਹਾ ਜੀ ਆਪਣਾ ਮੈਚਾਂ ਤੋਂ ਜੀ। ਫਾਈਨਲ ਚੱਲ ਰਹੇ ਨੇ ਯੂਰਪ 2021 ਦੇ। ਹੁਣ ਦੱਸਿਆ ਜਾ ਰਿਹਾ ਕਿ ਲੰਡਨ ਦੇ ਜਿਹੜੇ ਤਿਫੋਜ਼ੀ ਆ ਰੋਮਾ ਦੇ ਵਿੱਚ ਜਿਨ੍ਹਾਂ ਨੇ ਆਉਣਾ, ਰੋਮਾ ਦੇ ਵਿੱਚ ਜਿਹੜਾ ਮੈਚ ਆ ਲੰਡਨ ਤੋਂ ਇੰਗਲੈਂਡ ਤੋਂ ਜਿਹਨਾਂ ਨੇ ਇਟਲੀ ਦੇ ਵਿੱਚ ਆਉਣਾ, ਉਹਨਾਂ ਨੂੰ 5 ਦਿਨ ਦਾ ਕੁਆਰੰਟਾਈਨ ਹੋਣਾ ਪੈਣਾ ਜੀ। 5 ਦਿਨ ਦਾ ਕੁਆਰੰਟਾਈਨ ਹੋਣਾ ਪੈਣਾ, ਪਰ ਜਿਹੜਾ ਮੈਚ ਵਾ ਉਹ ਹੈਗਾ 4 ਦਿਨਾਂ ਬਾਅਦ। ਇਸ ਲਈ ਜਿਹੜੇ ਉੱਥੇ ਦੇ ਖਿਡਾਰੀ ਆ ਜਿਨ੍ਹਾਂ ਨੂੰ ਪ੍ਰੇਮੀ ਨੇ, ਆਪਣੇ ਜਿਹੜਾ ਦੇਸ਼ ਭਗਤੀ ਨੇ, ਉਹ ਕਹਿ ਰਹੇ ਨੇ, ਸਰਕਾਰ ਕਹਿ ਰਿਹਾ ਕਿ ਉਹ ਇਟਲੀ ਦੇ ਵਿੱਚ ਨਾ ਆਉਣ, ਕਿਉਂਕਿ ਉਹਨਾਂ ਕੋਲ ਜੇ ਬਾਈ ਚਾਂਸ ਆਊਗੇ ਤਾਂ ਰੋਮਾ ਦੇ ਵਿੱਚ ਉਹਨਾਂ ਕੋਲ ਮੈਚ ਨਹੀਂ ਦੇਖ ਹੋਣਾ, ਕਿਉਂਕਿ ਉਹ 5 ਦਿਨ ਉਹਨਾਂ ਨੂੰ ਕੁਆਰੰਟਾਈਨ ਰਹਿਣਾ ਪੈਣਾ ਜੀ। ਅਗਲਾ ਅਪਡੇਟ ਆਪਣਾ ਆ ਰਿਹਾ ਜੀ ਕੈਨੇਡਾ ਤੋਂ। ਕੈਨੇਡਾ ਦੇ ਵਿੱਚ ਇਸ ਟਾਈਮ ਗਰਮੀ ਨੇ ਆਪਣਾ ਪੂਰਾ ਕਹਿਰ ਵਰਸਾਇਆ ਜੀ। ਦੱਸਿਆ ਜਾ ਰਿਹਾ ਕਿ 50 ਡਿਗਰੀ ਤੋਂ ਵੀ ਟੈਂਪਰੇਚਰ ਟੱਪ ਚੁੱਕਾ ਅਤੇ 130 ਬੰਦਿਆਂ ਦੀ ਮੌਤ ਦਿਨ ਸ਼ੁੱਕਰਵਾਰ ਨੂੰ ਰਜਿਸਟਰ ਹੋ ਗਈ ਜੀ। ਗਰਮੀ ਨੇ ਪੂਰਾ ਆਪਣਾ ਕਹਿਰ ਵਰਸਾਇਆ। ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਜੀ। ਇਟਲੀ ਦੇ ਕੁਛ ਜੇਲ੍ਹਾਂ ਦੇ ਵਿੱਚ ਅਪਡੇਟ ਆ ਰਿਹਾ ਜੀ। ਦੱਸਿਆ ਜਾ ਰਿਹਾ ਕਿ ਸਾਂਤਾ ਮਰੀਆ ਕਾਪੂਆ ਜੋ ਕਿ ਵੇਤਰੇ ਦੇ ਵਿੱਚ ਆ, ਉੱਥੇ ਇੱਕ ਗੱਲ ਆਈ ਹੈ ਜੀ ਕਿ ਜਿਹੜੇ ਪੁਲਿਸ ਵਾਲੇ ਇਸ ਜੇਲ੍ਹ ਦੇ ਵਿੱਚ ਸਾਂਤਾ ਮਰੀਆ ਕਾਪੂਆ ਵਿਤੇਰੇ ਦੇ ਵਿੱਚ ਜੇਲ੍ਹ ਆ, ਜਿਹਦੇ ਵਿੱਚ ਵੀਡੀਓ ਸਾਹਮਣੇ ਆਈਆਂ, CCTV ਫੁਟੇਜ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਕੈਦੀ ਸਨ ਉਹਨਾਂ ਦੇ ਨਾਲ ਮਾਰ ਕੁੱਟ ਕਰਦੇ ਸੀ, ਉਹਨਾਂ ਨੂੰ ਗੋਡਿਆਂ ਪਰ ਬਿਠਾ ਕੇ ਉਹਨਾਂ ਦੇ ਘਸੁੰਨ ਮੁੱਕੇ ਸਿੱਟਦੇ ਸੀ ਅਤੇ ਉਹਨਾਂ ਦੇ ਡਾਂਗਾਂ ਵੀ ਫੇਰਦੇ ਸੀ। ਜਿਹੜੇ ਇਹਨਾਂ ਕੋਲ ਇਹਨਾਂ ਦੇ ਜਿਹੜੀ ਪੁਲਿਸ ਵਾਲੀ ਲਾਠੀ ਹੁੰਦੀ ਆ, ਇਟਾਲੀਅਨ ਪੁਲਿਸ ਕੋਲ ਜਿਹੜੀ ਲਾਠੀ ਆ ਥੋੜ੍ਹੀ ਜਿਹੀ ਵੱਖਰੀ ਹੁੰਦੀ ਆ, ਅਤੇ ਉਹਨਾਂ ਨੂੰ ਚੰਗਾ ਕੁੱਟ ਕਟਾਪਾ ਇਹਨਾਂ ਦਾ ਕੀਤਾ ਜਾਂਦਾ ਸੀ, ਜਿਸ ਕਾਰਨ ਹੁਣ ਜਿਹੜੇ CCTV ਤੋਂ ਨਿਕਲਿਆ ਅਤੇ 2020 ਦੇ ਵਿੱਚ ਇਹ ਗੱਲਬਾਤ ਆਈ ਸੀ ਅਤੇ ਮੁੱਕੇ ਘਸੁੰਨ ਲੱਤਾਂ ਅਤੇ ਥੱਪੜ ਵੀ ਪੈਂਦੇ ਸੀਗੇ। ਜੇਕਰ ਕੋਈ ਕੁਛ ਕਹਿੰਦਾ ਸੀ ਤਾਂ ਫਿਰ ਉਹਨਾਂ ਨੂੰ ਫਿਰ ਜ਼ਿਆਦਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਪੁਲਿਸ ਦੇ ਉੱਤੇ ਹੱਥ ਕੋਈ ਬੰਦਾ ਨਹੀਂ ਚੱਕ ਸਕਦਾ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆਪਣਾ ਆ ਰਿਹਾ ਜੀ ਸਮੁੰਦਰਾਂ 'ਚੋਂ। ਸਮੁੰਦਰ ਦੇ ਵਿੱਚ ਇੱਕ ਕਿਸ਼ਤੀ ਡੁੱਬ ਗਈ ਹੈ ਜੀ। ਲੰਪੇਦੂਜ਼ਾ ਜਿਹੜੀ ਆ ਰਹੀ ਸੀ ਇਹ ਕਿਸ਼ਤੀ, ਉਹ ਆ ਜੀ ਜਿਹੜੇ ਡੌਂਕੀ ਲਾ ਕੇ ਆਉਂਦੇ ਨੇ ਬੰਦੇ, ਆਪਣੀ ਜਾਨ ਨੂੰ ਤਲੀ ਦੇ ਉੱਤੇ ਰੱਖ ਕੇ ਆਉਂਦੇ ਨੇ, ਇੱਕ ਵਧੀਆ ਭਵਿੱਖ ਦੇ ਲਈ ਇਟਲੀ ਦੇ ਵਿੱਚ ਐਂਟਰ ਹੋਣਾ ਚਾਹੁੰਦੇ, ਕਿਉਂਕਿ ਇਟਲੀ ਦੇ ਵਿੱਚ ਜਿਹੜਾ ਵੀ ਬੰਦਾ ਐਂਟਰ ਹੋ ਜਾਂਦਾ ਔਖਾ ਸੌਖਾ, ਅੱਜ ਨਹੀਂ ਕੱਲ੍ਹ, ਕਦੇ ਨਾ ਕਦੇ ਉਹਨੂੰ ਜਿਹੜੇ ਪੇਪਰ ਮਿਲ ਹੀ ਜਾਂਦੇ ਨੇ। ਅਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਜਿਹੜੀ ਕਿਸ਼ਤੀ ਸੀਗੀ ਉਹਦੇ ਵਿੱਚ 48 ਬੰਦੇ ਇਸ ਟਾਈਮ ਬਚ ਗਏ ਨੇ ਅਤੇ 7 ਬੰਦਿਆਂ ਦੀ ਮੌਤ ਹੋਈ ਆ। ਅਤੇ ਜੋ ਕਿਸ਼ਤੀ ਦੇ ਵਿੱਚ ਬੰਦੇ ਜਿਹੜੀ ਬੈਠਣ ਦੀ ਜਗ੍ਹਾ ਦੱਸਿਆ ਜਾ ਰਿਹਾ ਕਿ 10-15 ਦੀ ਆ, ਅਤੇ ਉਹਦੇ ਵਿੱਚ ਬੈਠ ਜਾਂਦੇ ਆ 50-60 ਬੰਦੇ, ਅਤੇ 60 ਬੰਦਿਆਂ ਦੇ ਵਿੱਚੋਂ 48 ਬੰਦੇ ਜੀਂਦੇ ਆ ਜੀ, ਅਤੇ ਬਾਕੀ 36 ਇਹਨਾਂ ਦੇ ਵਿੱਚ ਔਰਤਾਂ ਸਨ, 11 ਬੱਚੇ ਛੋਟੇ ਸਨ। ਉਮਰ ਕਿਸੇ ਦੀ 12 ਸਾਲ, ਕਿਸੇ ਦੀ 65 ਸਾਲ, ਕਿਸੇ ਦੀ 41 ਸਾਲ ਸੀ ਜੀ। ਇਹ ਜਿਹੜੀ ਕਿਸ਼ਤੀ ਸੀ ਇਟਲੀ ਦੇ ਲੰਪੇਦੂਜ਼ਾ, ਜਿਹੜਾ ਸਮੁੰਦਰ ਦੇ ਕੰਢੇ ਲੰਪੇਦੂਜ਼ਾ ਦੇ 5 ਕਿਲੋਮੀਟਰ 5 ਮੀਲ ਦੂਰੀ 'ਤੇ ਸੀ, ਜਿਸ ਕਾਰਨ ਉਹਨਾਂ ਨੂੰ ਬਚਾ ਲਿਆ ਗਿਆ ਜੀ। ਅਤੇ ਲੈ ਕੇ ਚੱਲਦੇ ਹਾਂ ਜੀ ਇੱਕ ਵਾਰ ਫਿਰ ਮਾਯੋਰਕਾ ਦੇ ਵਿੱਚ, ਜਿੱਥੇ ਸਟੂਡੈਂਟ ਜਾਂਦੇ ਨੇ 4 ਸਵਾਰਾਂ ਦੇ ਪੈਕੇਜ ਦੇ ਵਿੱਚ ਛੁੱਟੀਆਂ ਮਨਾਉਣ, ਆਪਣੀਆਂ ਗਰਮੀਆਂ ਦੀਆਂ, ਨੱਚਣ ਟੱਪਣ ਭੰਗੜੇ ਪਾਉਣ। ਹੋਟਲਾਂ ਦੇ ਵਿੱਚ ਫੁਟੇਜਾਂ ਜਿਹੜੀਆਂ CCTV ਬਾਹਰ ਆਈਆਂ ਸੀ ਕਿ ਜਿਹੜੇ ਬੱਚਿਆਂ ਨੂੰ ਕੁਆਰੰਟਾਈਨ ਕੀਤਾ ਗਿਆ ਉਹ ਹਾਲ ਦੇ ਵਿੱਚ ਦੌੜਦੇ ਨੇ। ਪਾਰਟੀਆਂ ਹੁਣ ਵੀ ਚੱਲ ਰਹੀਆਂ, ਅਤੇ ਇਸ ਟਾਈਮ ਜਿਹੜਾ ਪੋਜ਼ੀਟਿਵ ਦੀ ਗਿਣਤੀ ਉਹਨਾਂ ਦੀ ਜੀ 1700 ਹੋ ਚੁੱਕੀ ਹੈ ਜੀ। 2002 ਤੋਂ 3000 ਬੰਦਾ ਜਿਹੜਾ ਕੁਆਰੰਟਾਈਨ ਕੀਤਾ ਗਿਆ ਸੀ, ਉਹਨਾਂ ਦੇ ਵਿੱਚ ਪਹਿਲਾਂ 700 ਬੰਦਾ ਸੀ, ਫਿਰ 800 ਸਟੂਡੈਂਟ ਪੋਜ਼ੀਟਿਵ ਹੋਇਆ, ਅਤੇ ਹੁਣ ਜਿਹੜੇ 1700 ਜਿਹੜੇ ਸਟੂਡੈਂਟ ਨੇ ਪੋਜ਼ੀਟਿਵ ਹੋ ਚੁੱਕੇ ਨੇ, ਅਤੇ ਜਿਹੜੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਅਤੇ ਜਿਸ ਕਾਰਨ ਲੋਕਡਾਊਨ ਲੱਗਣ ਦਾ ਵੀ ਖਤਰਾ ਦਿਸ ਰਿਹਾ ਜੀ ਉਹਨਾਂ ਏਰੀਆ ਦੇ ਵਿੱਚ। ਤੁਸੀਂ ਬਹੁਤ ਵਾਰ ਸੁਣਿਆ ਹੋਣਾ ਕਿ ਕੁੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਨਸ਼ਾ ਲੱਭਣ ਦੇ ਲਈ, ਕੋਈ ਇੱਦਾਂ ਦੇ ਪਦਾਰਥ ਲੱਭਣ ਲਈ, ਪਰ ਹੁਣ ਇੱਕ ਨਵੇਂ ਕੁੱਤੇ ਆ ਗਏ ਨੇ ਜੋ ਕਿ ਵਾਇਰਸ ਵੀ ਸੁੰਘ ਸਕਦੇ ਨੇ। ਬਿਲਕੁਲ ਸਹੀ ਸੁਣਿਆ ਜੀ। ਇੱਕ ਮਿਲਾਨ ਦੀ ਯੂਨੀਵਰਸਿਟੀ ਨੇ ਰਲ ਕੇ ਇਸ ਸਟੱਡੀ ਨੂੰ ਪੂਰਾ ਕੀਤਾ ਕਲੀਨਿਕ ਦੇ ਵਿੱਚ,
ਤੇ ਜਿਹੜੇ ਬੰਦਿਆਂ ਦੇ ਜਿਸ ਬੰਦੇ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਸਿੰਪਟਮ ਨਹੀਂ ਹੈ ਪਰ ਉਹ ਪੋਜ਼ਿਟਿਵ ਆ, ਕੁੱਤਾ ਉਹਨਾਂ ਦੇ ਨੇੜੇ ਜਾਊਗਾ ਤੇ ਉਹਨੇ ਦੱਸ ਦੇਣਾ ਕਿ ਇਹ ਬੰਦਾ ਜਿਹੜਾ ਪੋਜ਼ਿਟਿਵ ਹੈ। ਤੇ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਰਸ਼ੀਆ ਤੋਂ ਆ ਰਿਹਾ। ਰਸ਼ੀਆ ਦੇ ਵਿੱਚ ਜਿਹੜੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇੱਕ ਵਾਰ ਫਿਰ ਜਿਹੜੇ ਕੇਸ 21,042 ਲਾਸਟਲੇ 24 ਘੰਟਿਆਂ ਦੇ ਵਿੱਚ ਆਏ ਹਨ ਅਤੇ 669 ਜਿਹੜੇ ਬੰਦਿਆਂ ਦੀ ਮੌਤ ਦਰਜ ਹੋਈ ਹੈ ਜੀ। ਪ੍ਰੇਲਿਆਸਕੋ ਜੀ ਨੇ ਇੱਕ ਨਵਾਂ ਬਿਆਨ ਦਿੱਤਾ ਜੀ। ਪੂਰੀ ਇਟਲੀ ਦੀ ਆਵਾਮ ਨੂੰ ਦੱਸਿਆ ਜਾ ਰਿਹਾ ਕਿ ਕਹਿ ਰਹੇ ਨੇ ਕਿ ਜਿਹੜਾ ਡੈਲਟਾ ਵਾਰੀਅੰਟ ਹੈ ਇਹਦੇ ਤੋਂ ਲੜਨ ਦੇ ਲਈ ਸਾਡੇ ਕੋਲ ਜੋ ਹਥਿਆਰ ਆ ਇਸ ਟਾਈਮ ਸਿਰਫ ਅਤੇ ਸਿਰਫ ਮਾਸਕ ਆ ਜੀ। ਅਤੇ ਜਿਹੜੀ ਵੈਕਸੀਨ ਦੇ ਜਿਹੜੇ ਬੰਦਿਆਂ ਦੇ ਪਹਿਲੇ ਡੋਜ਼ ਲੱਗੇ ਨੇ, ਵੈਕਸੀਨ ਸਿਰਫ 30% ਤੱਕ ਹੀ ਤੁਹਾਨੂੰ ਬਚਾ ਸਕਦੀ ਹੈ। ਇਸ ਤੋਂ ਵੱਧ ਤੁਹਾਡੇ ਜਿਹੜਾ ਪਰਹੇਜ਼ ਬਹੁਤ ਜ਼ਿਆਦਾ ਤੁਹਾਨੂੰ ਕਰਨ ਦੀ ਲੋੜ ਆ। ਪਰਹੇਜ਼ ਹੀ ਕਰੋ, ਨਹੀਂ ਤਾਂ ਪ੍ਰੋਬਲਮ ਦੇ ਵਿੱਚ ਤੁਸੀਂ ਆ ਸਕਦੇ ਹੋ, ਕਿਉਂਕਿ ਜੇਕਰ ਡੈਲਟਾ ਵਾਰੀਅੰਟ ਇਟਲੀ ਦੇ ਵਿੱਚ ਵੱਧਦਾ ਨਜ਼ਰ ਆਇਆ ਤਾਂ ਫਿਰ ਉਸ ਤੋਂ ਬਾਅਦ ਜਿਹੜੇ ਮਿਨੀ ਲੋਕਡਾਊਨ ਜਿਹੜੇ ਏਰੀਏ ਵੀ ਲੱਗ ਸਕਦੇ ਆ ਜੀ। ਇਹਦੇ ਨਾਲ ਸਾਡੀਆਂ ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ ਜੀ, ਖਤਮ ਹੁੰਦੀਆਂ ਨੇ। ਮਿਲਾਂਗੇ ਸ਼ਾਮ ਦੀਆਂ ਖਬਰਾਂ ਦੇ ਵਿੱਚ, ਸ਼ਾਮ ਦੇ ਅਪਡੇਟ ਦੇ ਵਿੱਚ। ਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੀ ਤੁਸੀਂ ਇਟਾਲੀਅਨ ਖਬਰਾਂ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।